بسم اللہ الرحمن الرحیم۔ السلام علیکم ویورز، آپ دیکھ رہے ہیں بزنس انفو۔ میں ہوں بلال نذیر۔ بزنس انفو میں آج پجن فارمنگ پہ انتہائی اہم اور قیمتی اور نایاب باتوں سے بری ویڈیو لے کر آپ سب کی خدمت میں حاضر ہوں۔ آج کی ویڈیو بہت ہی مفید ہے، نئے اور پرانے کبوتر رکھنے والوں کے لیے بہت ہی نایاب نسخے، نایاب نسلیں، نایاب باتیں آج کی ویڈیو میں مکمل طور پر آپ کو بتائی جائیں گی، اور ایک انتہائی تجربہ کار جن کا 30 سال لگ بھگ تجربہ ہے کبوتر رکھنے کے حوالے سے، سیالکوٹ سے لے کے کراچی تک اور پھر باہر بھی چلے گئے، تو ان کی مفید باتیں آپ کو سنائی جائیں گی۔ تو ویڈیو آخر تک ضرور دیکھیے گا۔ اگر ویڈیو پسند ہے تو اس کو لائک بھی کیجیے گا اور چینل کو سبسکرائب کریں، ساتھ میں بیل آئیکن کو بھی جلدی سے دبا دیں تاکہ تمام آنے والی ویڈیوز کی نوٹیفیکیشن سب سے پہلے آپ کو ملیں۔ تو آئیے بلا تاخیر آپ کی ملاقات ایک انتہائی تجربہ کار کبوتر رکھنے والے فارمر سے کرواتے ہیں۔ السلام علیکم جی۔ وعلیکم السلام سر کی نام ہے تہاڈا؟ میرا نام سر بابر رضا وان۔ بابر رضا اوان صاحب، کیڑی جگہ کیڑا علاقہ جے؟ سر کنگرا روڈ سلان کے پنڈ جی ساڈا۔ اچھا، ماشاءاللہ۔ تے کی گل ہے کہ تسی بالکل دنیا تو الگ ہے، ڈیرا ایک باہر ہی وسایا، پیلیاں وچ کبوتر رکھے نے، دی کوئی خاص وجہ دسو۔ سر یہ خاص وجہ یہ ہوئی ہے کہ سانو شوق ہے بچپن تو کبوتر۔ اچھا، تے اسی کبوتر باہر اتنے ڈیرا باہر اس واسطے بنایا کہ چلو اتنے شوق کرنے، بازیاں بوزیاں اسی کھیڈنے۔ صحیح ہے، یعنی کہندے نے شوق دا مول کوئی نہیں، تے اج اسی اودی مثال بھی ویکھ لئی ہے۔ ہاں جی سر۔ اچھا بابر صاحب دسیو کہ تانوں اے شوق کتھوں پیا اور کدوں دے تسی کبوتر رکھے نے؟ سر سانو جڑا کبوتر ہے تقریباً میرے خیال نال 36 سال میری عمر ہے۔ اچھا، تے 8 سال دا بچہ ہاں جدوں میں جڑا نا مسے کے کبوتر بازی دا وڑ گیا۔ یعنی 8 سال دی عمر چ تسی کبوتر رکھنا شروع کیتے نے؟ شروع کیتے میں۔ کیوں شوق پیا، کوئی وجہ دس سکدے ہو؟ ਇਹ ਕਬੂਤਰ ਇੱਕ ਬਾਰੂ ਫੜਿਆ ਸੀ ਬੱਚੇ ਸਾਂ ਉਦੋਂ 8 ਸਾਲਾਂ ਦੀ ਉਮਰ 'ਚ ਅਸੀਂ ਕਬੂਤਰ ਬਾਰੂ ਫੜਿਆ ਛੱਪੜ ਵਿੱਚੋਂ। ਇਹ ਛੱਪੜ ਸਾਡਾ ਸਾਹਮਣੇ ਜਿਹੜਾ ਨਾ। ਸਹੀ ਹੈ। ਤੋਂ ਅਸੀਂ ਉੱਥੋਂ ਕਬੂਤਰ ਫੜਿਆ ਤੇ ਅਸੀਂ ਉਹਨੂੰ ਘਰ ਲੈ ਗਏ। ਉਹਦੇ ਨਾਲ ਇੱਕ ਅਸੀਂ ਮਾਦੀ ਲਿਆ ਕੇ ਰੱਖੀ। ਉਹ ਫਿਰ ਅਸੀਂ ਜੂੰ ਰੱਖਣ ਲੱਗੇ। ਉਸ ਤੋਂ ਇਲਾਵਾ ਅਸੀਂ ਫਿਰ ਇੱਕ ਮਾਦੀ ਫੜ ਲਈ ਕਾਲੀ ਇੰਡੀਆ ਦੀ। ਉਹਦੇ ਨਾਲ ਅਸੀਂ ਕਬੂਤਰ ਲਿਆ ਕੇ ਪਾਇਆ। ਉਹਦੇ ਫਿਰ ਬੱਚੇ ਸਾਡੇ ਕੋਲ ਸ਼ਾਮ ਨੂੰ ਅਸੀਂ ਬੜੀਆਂ ਬਾਜ਼ੀਆਂ ਜੀ ਜਿੱਤੇ ਆ। ਉਹਦੇ ਅਸਾਂ ਕੋਈ 7-8 ਪੱਠੀਆਂ ਪੱਠੇ ਵਢਾਏ ਨੇ। ਉਹੀ ਯਾਨੀ ਕਿ ਸਾਰਾ ਬਰੀਡ ਅਸੀਂ ਲਿਆਂਦੇ ਆਏ ਹਾਂ। ਫਿਰ ਉਸ ਤੋਂ ਬਾਅਦ ਅਸੀਂ ਬਾਹਰ ਟੁਰ ਗਏ ਹਾਂ ਕਬੂਤਰ ਬਾਜ਼ੀ ਖਤਮ ਕਰਕੇ। ਫਿਰ ਹੁਣ ਆ ਕੇ ਅਸੀਂ ਇਹ ਕੰਮ ਫਿਰ ਸ਼ੁਰੂ ਕਰ ਦਿੱਤਾ। ਉਹ ਇੰਡੀਆ ਦੀ ਮਾਦੀ ਕਿਸ ਤਰ੍ਹਾਂ ਫੜੀ ਤੁਹਾਂ? ਉਹ ਆ ਕੇ ਜੇਠ ਦੇ ਦਿਨ ਲੱਗੇ ਸਨ ਤੇ ਉਹ ਅਸੀਂ ਬੈਠੇ ਹਾਂ ਹਵੇਲੀ ਆਪਣੀ, ਤੇ ਉਹ ਆ ਕੇ ਚਲਾਨੀ ਉੱਤੇ ਡਿੱਗੀ। ਉਹ ਹਾਂ ਫੜ ਲਈ ਜਿਹੜਾ ਨਾ। ਉਹ ਇੰਡੀਆ ਚ ਆਈ ਸੀ? ਉਹਨੂੰ ਘੜੀ ਪਈ ਇੰਡੀਆ ਦੀ। ਹਾਂਜੀ, ਇੰਡੀਆ ਦੀ ਘੜੀ ਪਈ ਤਾਂ ਪਤਾ ਲੱਗਾ। ਸਹੀ ਹੈ। ਅੱਛਾ, ਤੁਸੀਂ ਦੱਸਿਆ ਕਿ ਤੁਸੀਂ 8 ਸਾਲ ਤੋਂ ਤਜਰਬਾ ਕਰ ਰਹੇ ਹੋ, ਕਬੂਤਰ ਰੱਖੇ ਨੇ। ਮਤਲਬ ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ 36-37 ਸਾਲ ਉਮਰ ਹੋ ਗਈ। ਠੀਕ ਹੈ, ਯਾਨੀ ਮਾਸ਼ਾਅੱਲਾ ਤੁਹਾਨੂੰ 30 ਸਾਲ ਹੋਣ ਵਾਲੇ ਨੇ ਇਸ ਕੰਮ ਦੇ ਵਿੱਚ। 30 ਸਾਲ ਹੋ ਗਏ ਨੇ ਸਾਰਾ। 30 ਸਾਲ ਦੇ ਵਿੱਚ ਕਬੂਤਰਾਂ ਦੇ ਬਾਰੇ ਤੁਸੀਂ ਕੀ ਜਾਣ ਸਕੇ ਹੋ? ਮਸਲੇ ਕਿ ਕਬੂਤਰਾਂ ਦੇ ਬਾਰੇ 'ਚ ਅਸੀਂ ਇਹਨਾਂ ਦਾ ਸਾਰਾ ਬਾਇਓਡਾਟਾ ਜਾਣਦੇ ਹਾਂ। ਸਹੀ ਹੈ। ਹਰ ਚੀਜ਼ ਸਾਨੂੰ ਇਹਨਾਂ ਦਾ ਪਤਾ ਹੈ ਵੀ ਕਿੱਥੇ ਕੀ ਕਰਦੇ, ਕੀ ਮਤਲਬ ਕਿ ਕੋਈ ਵੀ ਮੈਡੀਸਨ ਬਿਮਾਰ ਹੋਏ ਕਬੂਤਰ ਉਹਨੂੰ ਮੈਡੀਸਨ ਕਿੰਝ ਦੇਣੀ ਹੈ, ਕੀ ਦੇਣਾ ਹੈ ਜਾਂ ਕੀ ਨਹੀਂ ਦੇਣਾ, ਉਹ ਸਾਰਾ ਸਰਕਟ। ਬਾਕੀ ਜ਼ਿੰਦਗੀ ਮੌਤ ਤੇ ਅੱਲਾਹ ਦੇ ਹੱਥ ਵਾਸਤੇ ਕਿ ਇਹਨਾਂ ਕਬੂਤਰ ਬਚਣਾ ਜਾਂ ਨਾ ਬਚਣਾ ਉਹ ਤਾਂ ਬਾਅਦ ਦੀ ਗੱਲ ਹੈ। ਵੈਸੇ ਮੈਡੀਸਨ ਅੱਗੇ ਪਿੱਛੇ ਉਹ ਅਸੀਂ ਸਾਰੀ ਇਹਦੀ ਜਿਹੜਾ ਜਾਣਦੇ। ਸਹੀ ਹੈ। ਕੋਈ ਮੋਟੀਆਂ ਬਿਮਾਰੀਆਂ ਤੋਂ ਇਲਾਜ ਤੇ ਦੱਸੋ। ਮਤਲਬ ਕਿ ਕਿਸੇ ਨੂੰ ਕੋਈ ਸਾਡੇ ਕੋਲ ਮੁਖਤਲਿਫ ਇਲਾਜ ਨੇ ਸਾਰੇ ਉਸਤਾਦਾਂ ਦੇ, ਹਰ ਕਿਸਮ ਦੇ। ਕਿਸੇ ਦਾ ਕੋਈ ਉਸਤਾਦ ਦੇ ਉਹ ਕੋਈ ਇਲਾਜ ਦੱਸੇਦਾ, ਕਿਸੇ ਦਾ ਕੋਈ ਇਲਾਜ ਹੈ। ਉਂਝ ਮੈਂ ਤੁਹਾਨੂੰ ਇੱਕ ਖਾਸ ਗੱਲ ਦੱਸਣ ਲੱਗਾ ਜਿਹੜਾ ਨਾ। ਮਾਸ਼ਾਅੱਲਾ। ਅਗਰ ਕੋਈ ਦੇ ਕਬੂਤਰ ਨੂੰ ਲਕਬਾ ਝੋਲਾ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਰਿਹਾ, ਸਭ ਤੋਂ ਅੱਛਾ ਮੇਨ ਮਸਲਾ ਉਹਦੇ ਵਾਸਤੇ ਇਹੋ ਹੀ ਹੱਲ ਹੈ। ਉਹ ਕਿਸੇ ਉਸਤਾਦ ਨੂੰ, ਬਹੁਤ ਉਸਤਾਦਾਂ ਨੂੰ ਵੀ ਘੱਟ ਲੋਕਾਂ ਨੂੰ ਪਤਾ ਹੋਏਦਾ, ਟਾਵਿਆਂ ਲੋਕਾਂ ਨੂੰ ਪਤਾ ਹੈ ਤੇ ਉਹ ਦੱਸਦੇ ਨਹੀਂ। ਇਹ ਬਲੀਚ ਹੁੰਦੀ ਹੈ ਕੱਪੜੇ ਧੋਣ ਵਾਲੀ। ਜੀ ਜੀ। ਇੱਕ ਇਹਦਾ ਆਪਣਾ ਫਰਨੈਲ। ਠੀਕ ਹੈ। ਉਹ ਲੈ ਕੇ ਇੱਕ ਢੱਕਣ ਪਾਣਾ ਪਾਣੀ ਵਿੱਚ, ਕੁੰਡੇ ਵਿੱਚ। ਉਹ ਤੇ ਚੂੰਡੀ ਇੱਕ ਭਰ ਕੇ ਤੇ 3 ਵਿੱਚ ਉਹ ਇੱਕ ਚੂੰਡੀ ਵਿੱਚ ਸੁੱਟਣੀ ਕੁੰਡੇ 'ਚ। ਇੱਕ ਟੈਰਾਮਾਈਸਿਨ ਦਾ ਕੈਪਸੂਲ ਲੈ ਕੇ ਵਿੱਚ ਸੁੱਟ ਦਿਓ। ਜਿੱਥੇ ਹੈ ਝੋਲਾ ਲਕਬਾ ਉੱਥੇ ਹੀ ਰੁਕ ਜਾਏਗਾ। ਯਾਨੀ ਉਹ ਇੱਕ ਪਿਆਲੇ ਸੁੱਟਣਾ ਸਾਰਾ ਕੁਝ? ਯਾਨੀ ਕਿ ਇੱਕ ਕੁੰਡੇ ਵਿੱਚ ਤੁਸੀਂ ਸੁੱਟਣਾ। ਇੱਕ ਕੁੰਡੇ ਸੁੱਟਣਾ? ਹਾਂਜੀ। ਕੁੰਡੇ ਇਹ ਵੀ ਕੋਈ ਕੁੰਡੇ ਪੇ ਮਸੇ ਕੇ ਆ ਜਿਹੜੇ ਤੁਹਾਡੇ ਜਿਹੜਾ ਪਾਣੀ ਪੀਣਾ ਦੇ ਪਾਣੀ ਪੀ ਜਾਂਦੇ ਨੇ। ਆਪੀ ਪੀ ਲੈਂਦੇ। ਨਾ ਪੀਣ ਤੇ ਉਹਨਾਂ ਨੂੰ 10-10 20-20 ਸੀਸੀ ਖੁਦ ਜਿਹੜਾ ਨਾ ਪਾਣੀ ਮਾਰ ਦਿਓ। ਇੱਕ ਵਾਰੀ ਫੇਰ ਮਿਕਦਾਰ ਦੇ ਚੀਜ਼ਾਂ ਦੱਸਿਓ, ਚੀਜ਼ਾਂ ਵੀ ਫੇਰ ਦੱਸਿਓ ਤੇ ਮਿਕਦਾਰ ਵੀ ਫੇਰ ਦੱਸਿਓ ਤਾਂ ਕਿ ਨਾਜ਼ਰੀਨ ਸਮਝ ਸਕਣ। ਯਾਨੀ ਕਿ ਸਰ ਇੱਕ ਢੱਕਣ ਬਲੀਚ ਦਾ ਲੈ ਕੇ ਪਾਣਾ ਵਿੱਚ। ਠੀਕ ਹੋ ਗਿਆ। ਇੱਕ ਢੱਕਣ ਤੇ ਇਹਦਾ ਆਪਣਾ ਬਲੀਚ ਦਾ ਨਾ ਪਿਆ ਫਰਨੈਲ ਦਾ ਤੇ ਇੰਜ 3 ਉਂਗਲਾਂ ਭਰਨੀਆਂ ਨੇ ਬਲੀਚ ਰੱਖ ਕੇ ਥੱਲੇ। ਉਹ 3 ਉਂਗਲਾਂ ਉਹਦੇ ਵਿੱਚ ਪਾ ਦੇਣੀਆਂ ਕੁੰਡੇ ਵਿੱਚ। ਇੱਕ ਟੈਰਾਮਾਈਸਿਨ ਦਾ ਵਿੱਚ ਕੈਪਸੂਲ ਪਾਣਾ। 3 ਚੀਜ਼ਾਂ ਬਸ। 3 ਚੀਜ਼ਾਂ ਪਾਣੀਆਂ ਤੇ ਉੱਥੇ ਦਾ ਉੱਥੇ ਹੀ ਲਕਬਾ ਝੋਲਾ ਰੁਕ ਜਾਏਗਾ। ਉਸ ਤੋਂ ਬਾਅਦ ਉਹਨਾਂ ਨੂੰ ਮਲਾਈ ਵਾਲੇ ਭੋਰੇ ਪਾਓ 4 ਦਿਨ, ਤੁਹਾਡੇ ਇਨਸ਼ਾਅੱਲਾ ਕਬੂਤਰ ਜੇ। ਸਹੀ ਹੈ। ਤੁਸੀਂ ਕਾਫੀ ਸਾਰੀ ਸਾਨੂੰ ਗੱਲਾਂ ਦੱਸੀਆਂ ਨੇ ਕਿ ਮੈਂ ਇਹਨਾਂ ਦੀ ਨਸਾਂ ਨੂੰ ਵੀ ਜਾਣਨਾ, ਬਿਮਾਰੀ ਨੂੰ ਵੀ ਜਾਣਨਾ। ਇੱਕ ਸਵਾਲ ਬੜਾ ਅਹਿਮ ਸੀ, ਉਹ ਸਾਨੂੰ ਸ਼ੁਰੂ ਤੋਂ ਕਰਨਾ ਚਾਹੀਦਾ ਸੀ ਲੇਕਿਨ ਮੈਂ ਪਹਿਲੇ ਕਰਨਾ ਜ਼ਰੂਰੀ ਸਮਝਣਾ। ਬਹੁਤ ਸਾਰੇ ਲੋਕ ਕਬੂਤਰਬਾਜ਼ੀ ਤੇ ਤਨਕੀਦ ਕਰਦੇ ਨੇ, ਉਹਦਾ ਤੁਸੀਂ ਕੀ ਜਵਾਬ ਦਿਓਗੇ?
ਉਹ ਸਰ ਤੁਹਾਡੀ ਗੱਲ ਬਿਲਕੁਲ ਬਜਾ ਹੈ। ਬੜੀ ਸਾਰੀ ਦੁਨੀਆ ਇਸ ਗੱਲ ਨੂੰ ਅੱਜ ਤੋਂ ਕੋਈ 10 ਸਾਲ 15 ਸਾਲ ਪਿੱਛੇ ਲੋਕ ਕਰਦੇ ਸਨ, ਸਹੀ ਹੈ, ਲੇਕਿਨ ਹੁਣ ਨਹੀਂ। ਹੁਣ ਮਾਸ਼ਾਅੱਲਾ ਬਹੁਤ ਅੱਛਾ ਸ਼ੌਕ ਹੈ। ਉਦੋਂ ਜਹਲੀਅਤ ਜ਼ਿਆਦਾ ਹੁੰਦੀ ਸੀ, ਅੱਜ ਤੋਂ 10 ਸਾਲ ਪਿੱਛੇ 20 ਸਾਲ ਯਾਨੀ ਕਿ ਲੋਕ ਨਾ ਵੇਖਦੇ ਸਨ ਕਿਸੇ ਦਾ ਘਰ ਹੈ ਕੋਈ ਧੀ ਪੁੱਤਰ ਹੈ, ਉਹ ਮਸੇ ਕਿ ਉਹ ਦੌੜ ਲੱਗੀ ਹੁੰਦੀ ਸੀ। ਹੁਣ ਉਹ ਕੰਮ ਕੋਈ ਨਹੀਂ ਰਿਹਾ। ਹੁਣ ਇਹੋ ਜਿਹਾ ਕੰਮ ਹੈ ਕਿ ਯਾਨੀ ਕਿ ਮੈਂ ਸਮਝਣਾ ਕਿ ਇਹ ਕੰਮ ਬਹੁਤ ਹੀ ਅੱਛਾ ਹੈ। ਕਿਸੇ ਦੇ ਘਰ ਫਿਰਨ ਟੁਰਨ ਨੂੰ ਜਾ ਕੇ ਤੁਸੀਂ ਆਪਣੇ ਡੇਰੇ ਤੇ ਬਹਿ ਕੇ ਸਕੂਨ ਦੇ ਨਾਲ ਉਸਤਾਦ ਜੀ ਕਬੂਤਰਬਾਜੀ ਕਰ ਸੋ, ਤੁਹਾਨੂੰ ਨਾ ਕੋਈ ਲਾਮਾ ਨਾ ਕੋਈ ਗਾਲ। ਤੇ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਜਿਹੜਾ ਨਾ ਗਲਤ ਕੰਮ ਹੈ, ਉਹ ਮੇਰੇ ਖਿਆਲ ਨਾਲ ਗਲਤ ਨਹੀਂ। ਸਹੀ ਹੈ, ਯਾਨੀ ਤੁਸੀਂ ਤਨਕੀਦ ਦੀ ਵਜ੍ਹਾ ਦੱਸੀ ਹੈ ਕਿ ਪਹਿਲੇ ਲੋਕ ਜਹਲੀਅਤ ਹੁੰਦੀ ਸੀ, ਜਹਲੀਅਤ ਹੁੰਦੀ ਸੀ ਬਹੁਤ ਜ਼ਿਆਦਾ। ਅਸੀਂ ਇੱਕ ਗੱਲ ਸੁਣੀ ਹੈ ਕਿ ਕਬੂਤਰਾਂ ਨੂੰ ਦੁਆ ਵੀ ਹੈ ਵੇ, ਹਕੀਕਤ ਹੈ ਵੀ ਜਿਹੜੇ ਲੋਕ ਕਬੂਤਰ ਘਰ ਰੱਖਦੇ ਨੇ ਉਹਨਾਂ ਨੂੰ ਦੁਆ ਵੀ ਹੈ, ਬਹੁਤ ਜ਼ਿਆਦਾ ਦੁਆ ਹੈ ਸਰ ਜੀ। ਇਹ ਮੇਰੀ ਗੱਲ ਸੁਣੋ, ਬੜੇ ਇਹ ਬੜਾ ਪੁਰਾਣਾ ਕਿੱਸਾ। ਇੱਕ ਬਾਬਾ ਸੀ ਮੇਰੇ ਕੋਲ ਕਰਾਚੀ ਦਾ, ਮੈਂ ਕਰਾਚੀ ਵੀ ਰਹਿ ਕੇ ਉੱਥੇ ਮੈਂ ਕਬੂਤਰਬਾਜੀ ਕੀਤੀ ਮਾਸ਼ਾਅੱਲਾ, ਕੀ ਬਾਤ। ਉਹ ਕਰਾਚੀ 'ਚ ਮੈਨੂੰ ਬਾਬੇ ਇੱਕ ਨੇ ਕਿਹਾ ਸੀ ਉਹਦੇ ਘਰ ਧੀ ਪੁੱਤਰ ਨਹੀਂ ਹੁੰਦਾ ਪਿਆ, ਇਹ ਅੱਲਾ ਲੋਕ ਉਹਨੂੰ ਬੰਦੇ ਨੇ ਕਿਹਾ ਸੀ ਕੋ ਆਪਣੇ ਘਰ ਕਬੂਤਰ ਰੱਖ। ਉਹਨੇ ਕਬੂਤਰ ਰੱਖੇ ਨੇ ਆਪਣੇ ਘਰ, ਅੱਲਾ ਨੇ ਉਹਨੂੰ 2 ਬੇਟੇ ਦਿੱਤੇ ਸੀ। ਜ਼ਿੰਦਾਬਾਦ। ਯਾਨੀ ਇਹ ਤੁਹਾਡੇ ਮੇਰੇ ਅੱਖਾਂ ਦੇ ਸਾਹਮਣੇ ਦੀ ਬਸ ਕਿ ਜਿਹੜੀ ਮੈਂ ਕੰਨਾਂ ਦੀ ਸੁਣੀ, ਮੈਂ ਬੱਚੇ ਤੇ ਨਹੀਂ ਉਹਦੇ ਵੇਖੇ, ਉਂਝ ਉਹਦੇ ਬਕੋਲ ਜੋ ਸੁਣੀ। ਸਹੀ ਹੈ। ਤੇ ਮਾਸ਼ਾਅੱਲਾ ਉਹਦੇ ਬੇਟੇ 2 ਜਿਹੜੇ ਨਾ ਜੀ, ਸਹੀ ਹੈ, ਉਹਨੂੰ ਅੱਲਾ ਨੇ ਜਿਹੜਾ ਦਿੱਤੇ। ਇਹਨਾਂ 28 ਸਾਲਾਂ ਵਿੱਚ ਤੁਸੀਂ ਸਿਰਫ ਸਿਆਲਕੋਟ ਤੇ ਕਰਾਚੀ 'ਚ ਕਬੂਤਰਬਾਜੀ ਕੀਤੀ ਹੈ, ਕਿਤੇ ਹੋਰ ਵੀ ਕੀਤੀ ਹੈ? ਨਹੀਂ, ਜ਼ਿਆਦਾ ਮੈਂ ਕਰਾਚੀ ਰਿਹਾ ਤੇ ਸਿਆਲਕੋਟ 'ਚ ਜਾਂ ਸਾਊਦੀ ਅਰਬ 'ਚ। ਸਹੀ ਹੋ ਗਿਆ। ਅੱਛਾ, ਤੁਸੀਂ ਦੱਸਿਆ ਕਿ ਤੁਹਾਨੂੰ ਉਹਨਾਂ ਦੀਆਂ ਨਸਲਾਂ ਦਾ ਵੀ ਪਤਾ ਹੈ, ਬਿਮਾਰੀਆਂ ਦਾ ਵੀ ਪਤਾ ਹੈ, ਹਰ ਇਹਨਾਂ ਦੀ ਚੀਜ਼ਾਂ ਦਾ ਪਤਾ ਹੈ। ਅਸੀਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਦੀ ਨਸਲਾਂ ਤੋਂ। ਕਿਹੜੀ ਨਸਲ ਦਾ ਤੁਹਾਨੂੰ ਪਤਾ, ਉਹਦੀ ਪਹਿਚਾਣ ਕੀ ਹੈ? ਪਹਿਚਾਣ ਤੇ ਤੁਹਾਨੂੰ ਤਾਂ ਪਹਿਚਾਣ ਤੇ ਅੱਖ ਤੋਂ ਹੀ ਪਤਾ ਲੱਗਣਾ ਜਿਹੜਾ ਨਾ। ਅੱਛਾ, ਜ਼ਿਆਦਾ ਮੇਨ ਇਹਦੀ ਅੱਖ ਹੈ, ਯਾਨੀ ਕਿ ਜ਼ਿਆਦਾ ਮੇਨ ਇਹਦੀ ਅੱਖ ਹੀ ਹੈ। ਅੱਖੇ ਪਾਰੇ ਕੁੰਦਾ ਉਹਦਾ ਪੰਜੇ ਲੋਕ ਵੇਖਦੇ ਨੇ ਹੁਣ, ਯਾਨੀ ਕਿ ਮੁਖਤਲਿਫ ਹਰ ਇੱਕ ਉਸਤਾਦ ਦਾ ਆਪਣਾ ਆਪਣਾ ਕਿੱਸਾ ਆ ਗਿਆ। ਕੋਈ ਪਰ ਵੇਖਦਾ ਖੋਲ ਕੇ, ਕੋਈ ਉਹਨਾਂ ਜਿਹੜੇ ਯਾਨੀ ਕਿ ਥੱਲੇ ਪੰਜੇ ਵੇਖਦਾ, ਕੋਈ ਅੱਖ ਵੇਖਦਾ, ਕੋਈ ਹਰ ਕਿਸਮ ਦੇ ਤਰੀਕੇ ਨੇ, ਹਰ ਜੋ ਸਾਡੇ ਕੋਲੇ ਅਸੀਂ ਤੁਹਾਨੂੰ ਉਹਦੇ ਬਾਰੇ ਦੱਸ। ਸਹੀ ਹੈ। ਤੁਸੀਂ ਕਿੰਨੀਆਂ ਨਸਲਾਂ ਦੇ ਬਾਰੇ ਜਾਣਦੇ ਹੋ, ਉਹਨਾਂ ਦੇ ਨਾਮ ਵਗੈਰਾ ਦੱਸ ਦਿਓ ਸਾਨੂੰ। ਤਕਰੀਬਨ ਮੇਰੇ ਖਿਆਲ ਨਾਲ ਜ਼ਿਆਦਾ ਸਾਰੀਆਂ ਨਸਲਾਂ ਦੇ ਅਸੀਂ ਜਾਣਦੇ ਹਾਂ ਜਿਹੜਾ ਨਾ। ਅੱਛਾ, ਹਾਂਜੀ। ਕੋਈ ਨਾਂ ਦੱਸ ਸਕਦੇ ਹੋ ਮੋਟੀਆਂ ਜਿਹੜਾ ਸਾਡੇ ਨਾਜ਼ਰੀਨ ਸੁਣ ਸਕਣ? ਮਤਲਬ ਕਿ ਸਭ ਤੋਂ ਅੱਛੇ ਕਬੂਤਰ ਇਹੋ ਜਿਹੜੀਆਂ ਨਸਲਾਂ ਆਮ ਚੱਲਦੀਆਂ ਪਈਆਂ, ਢੈਡੀ ਕਬੂਤਰ ਨੇ, ਮੱਗਰ ਕਬੂਤਰ ਨੇ, ਬਟੇਰੇ ਕਬੂਤਰ ਨੇ, ਚੂਹੇ ਕਬੂਤਰ ਨੇ, ਗੋਲਡਨ ਕਬੂਤਰ ਨੇ, ਕਸੂਰੀ ਕਬੂਤਰ ਨੇ। ਸਹੀ ਹੈ। ਇਹੋ ਹੀ ਕਬੂਤਰ ਨੇ ਜਿਹੜਾ ਨਾ ਮੇਨ। ਸਹੀ ਹੋ ਗਿਆ। ਦੂਸਰੇ ਸਿਆਲਕੋਟੀ ਸਭ ਤੋਂ ਅੱਛੇ ਕਬੂਤਰ ਨੇ। ਠੀਕ ਹੈ। ਤੇ ਉਸ ਤੋਂ ਇਲਾਵਾ ਜਿਹੜਾ ਨਾ ਕਬੂਤਰ ਤੇ ਮਾਸ਼ਾਅੱਲਾ ਸਾਰੇ ਹੀ ਅੱਛੇ ਹੁੰਦੇ ਨੇ, ਲੇਕਿਨ ਸਭ ਤੋਂ ਜ਼ਿਆਦਾ ਕਬੂਤਰ ਜਿਹੜੇ ਨਾ ਸਿਆਲਕੋਟੀ ਅੱਛੇ ਨੇ। ਸਿਆਲਕੋਟੀ ਜੋਸਰੇ ਜਿਹੜੇ ਨੇ, ਉਹਨਾਂ ਦਾ ਅਸੀਂ ਅੱਗੇ ਵੀ ਨਾਂ ਸੁਣਿਆ। ਹਾਂਜੀ। ਅੱਛਾ, ਤੁਸੀਂ ਹੁਣ ਇਹ ਦੱਸ ਸਕਦੇ ਹੋ ਕਿ ਜਿਹੜੇ ਤੁਸੀਂ ਇਹ ਮੁਖਤਲਿਫ ਕਬੂਤਰਾਂ ਦੀਆਂ ਨਸਲਾਂ ਦੱਸੀਆਂ ਨੇ, ਇਹਨਾਂ ਦੀਆਂ ਨਸਲਾਂ ਦੇ ਕਿਹੜੇ ਫਰਕ ਨੇ, ਆਦਾਤ ਵਗੈਰਾ ਜਾਂ ਕੋਈ ਖਾਸ ਗੱਲਾਂ ਕਿ ਫਲਾਣਾ ਕਬੂਤਰ ਇਹ ਕਰਦਾ, ਵਡਾਰੀ 'ਚ ਕਿਹੜਾ ਅੱਛਾ ਹੈ ਤੇ ਬਰੀਡਿੰਗ 'ਚ ਕਿਹੜਾ ਅੱਛਾ ਹੈ, ਕੋਈ ਖਾਸ ਦੱਸ ਸਕਦੇ ਹੋ ਗੱਲਾਂ ਇਹਨਾਂ ਦੀਆਂ? ਜਿੰਨੀ ਕਿ ਸਾਨੂੰ ਮਾਲੂਮਾਤ ਹੈ, ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਜਿਹੜੇ ਨਾ ਕਬੂਤਰ ਇਹ ਲਾਲ ਅੱਖਾਂ ਵਾਲੇ ਹੋਣ ਨਾ। ਅੱਛਾ। ਮੱਗਰ ਕਬੂਤਰ ਜਿਹਨੂੰ ਲੋਕ ਕਹਿੰਦੇ ਨੇ, ਜਾਂ ਕਸੂਰੀ ਕਬੂਤਰ, ਇਹਨਾਂ ਨੂੰ ਸਿਆਲਕੋਟੀ ਮਾਦੀ ਪਾਈ ਜਾਏ, ਇਹਨਾਂ ਵਿੱਚ ਸਿਆਲਕੋਟੀਆਂ ਕਬੂਤਰਾਂ 'ਚ ਅਕਲ ਬਹੁਤ ਜ਼ਿਆਦਾ। ਅੱਛਾ। ਜਿਹੜੇ ਲੋਰੀ ਕਬੂਤਰ ਨੇ ਨਾ ਲਾਲ ਅੱਖਾਂ ਵਾਲੇ, ਇਹਨਾਂ ਵਿੱਚ ਉਡਾਰ ਬਹੁਤ ਜ਼ਿਆਦਾ। ਠੀਕ ਹੋ ਗਿਆ। ਉਹ ਜਦੋਂ ਦੋਏ ਆਪੋ 'ਚ ਕਰਾਸ ਹੁੰਦੇ ਨੇ ਨਾ ਸਰ, ਤੇ ਇਹਨਾਂ ਵਾਪਸੀਆਂ ਵੀ ਬੜੀਆਂ ਹੋ ਜਾਂਦੀਆਂ ਨੇ, ਯਾਨੀ ਕਿ ਇਹਨਾਂ ਦੀ ਲੰਮੀਆਂ ਪ੍ਰਵਾਜ਼ਾਂ ਹੋ ਜਾਂਦੀਆਂ ਤੇ ਘਰ ਆ ਜਾਂਦੇ ਕਬੂਤਰ। ਸਹੀ ਹੈ। ਸਭ ਤੋਂ ਮੇਨ ਮਸਲਾ ਹੈ ਜੀ। ਜ਼ਿੰਦਾਬਾਦ। ਅੱਗੋਂ ਬਹੁਤ ਜ਼ਿਆਦਾ ਲੋਕਾਂ ਹਰ ਤਰੀਕੇ ਨਾਲ ਜੋੜੇ ਲਾਏ ਨੇ। ਦਿਮਾਗ ਦਾ ਤੇ ਜੋਸ਼ ਦਾ ਇਸ਼ਤਰਾਕ, ਹੋਸ਼ ਤੇ ਜੋਸ਼ ਮਿਲ ਜਾਣ ਤੇ ਫਿਰ ਕੰਮ ਬਣ ਜਾਂਦਾ। ਹੁਣ ਇੱਕ ਬੜਾ ਅਹਿਮ ਸਵਾਲ ਹੈ, ਹਰ ਕਬੂਤਰਬਾਜ਼ ਦਾ ਇਹ ਸਵਾਲ ਹੁੰਦਾ ਹੈ, ਲੰਮੀ ਵਡਾਰੀ ਕਿਸ ਤਰ੍ਹਾਂ ਕਰਾ ਸਕਦੇ ਹਾਂ ਕਬੂਤਰ ਦੀ? ਕੋਈ ਤਰੀਕਾ ਹੈ ਤੁਹਾਡੇ ਕੋਲ? ਲੰਮੀ ਵਡਾਰੀ ਤੇ ਬਿਲਕੁਲ ਸਾਡੇ ਕੋਲ ਘੈਂਡਾ ਲਾਉਣ ਵਾਲੇ ਕਬੂਤਰ ਅਸੀਂ 5-5 ਵੀ ਬਿਠਾ ਦਿੰਦੇ ਹਾਂ। ਅੱਛਾ। ਸਾਡੇ ਕੋਲ ਮੈਡੀਸਨ ਲਾ ਕੇ। ਮੈਡੀਸਨ ਲਾਣਾ ਜ਼ਰੂਰੀ ਹੈ? ਮੈਡੀਸਨ ਜਿਹੜਾ ਨਾ, ਮੇਰੀ ਗੱਲ ਸੁਣੋ, ਸਾਡੇ ਉਸਤਾਦ ਦਾ ਪਿੱਛੋਂ ਆਰਡਰ ਹੈ ਕਿ ਜਿਹੜਾ ਕਬੂਤਰ ਸ਼ਾਮ ਨੂੰ ਵੀ ਪੈਂਦਾ ਨਾ, ਉਹਨੂੰ ਸਾਦਿਆ ਨਹੀਂ ਛੱਡਦਾ। ਅੱਛਾ। ਉਹਨੂੰ ਨੁਕਸਾ ਕੋਈ ਨਾ ਕੋਈ ਥੋੜਾ ਲਾ ਦਿਓ, ਯਾਨੀ ਕਿ ਉਹਨੂੰ ਗਰਮ ਜ਼ਰੂਰ ਕਰੋ। ਅੱਛਾ। ਤਾਂ ਕਿ ਉਹ ਕਬੂਤਰ ਜਿਹੜਾ ਨਾ ਅੱਗੇ ਦੂਸਰਿਆਂ ਕਬੂਤਰਾਂ ਵਿੱਚ ਫਸਿਆ ਹੋਏ ਨੁਕਸੇ ਲੱਗਿਆਂ 'ਚ ਤੇ ਭੈੜਾ ਨਾ ਪਵੇ ਘਰ ਪਵੇ। ਕਿਆ ਮੈਡੀਸਨ ਲਾਇਆ ਨੁਕਸਾਨ ਨਹੀਂ ਕਬੂਤਰਾਂ ਨੂੰ? ਸਰ, ਮੈਡੀਸਨ ਦੀ ਵੀ ਕੋਈ ਹੱਦ ਹੋਣੀ ਚਾਹੀਦੀ। ਠੀਕ ਹੈ। ਇੱਕ ਖਾਸ ਮਿਕਦਾਰ ਹੋਏ ਤੇ ਫਿਰ ਨੁਕਸਾਨ ਨਹੀਂ? ਕੋਈ ਨੁਕਸਾਨ ਨਹੀਂ। ਯਾਨੀ ਕਿ ਸਾਡੇ ਕੋਲ ਅਸੀਂ ਮੈਡੀਸਨ ਲਾਉਂਦੇ ਆ, ਉਹ ਤਾਂ ਸਾਡੇ ਕੋਲ ਤੋੜ ਵੀ ਤੇ ਹੈ ਨਾ। ਯਾਨੀ ਕਿ ਕਬੂਤਰ ਆ ਕੇ ਬਹਿਣਾ, ਉਹ ਤਾਂ ਅਸੀਂ ਤੋੜ ਕਰਨਾ ਤੇ ਅੱਗੋਂ ਸੁਬਾਹ ਉਹਨੇ ਉੱਡ ਦੇਣਾ। ਜੇ ਉਹਦਾ ਤੋੜ ਨਹੀਂ ਅਸੀਂ ਕਰਨਾ ਤੇ ਉਹਨੇ ਸੁਬਾਹ ਉੱਡਦਾ ਨਹੀਂ। ਠੀਕ ਹੋ ਗਿਆ। ਗੱਲ ਤੇ ਬੜੀ ਉਸਤਾਦੀ ਵਾਲੀ ਹੈ, ਲੇਕਿਨ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਮੈਡੀਸਨ ਔਰ ਕਿੰਨੀ ਮਿਕਦਾਰ? ਨਹੀਂ, ਉਹ ਮੈਡੀਸਨ ਜਿਹੜਾ ਨਾ, ਮੈਡੀਸਨ ਨਹੀਂ ਅਸੀਂ ਦੱਸ ਸਕਦੇ। ਅੱਛਾ। ਜਿਹੜਾ ਨਾ ਮੈਡੀਸਨ ਨਹੀਂ ਅਸੀਂ ਦੱਸ ਸਕਦੇ। ਚਲੋ ਮਿਕਦਾਰ ਦੱਸ ਦਿਓ ਵੀ ਕਿੰਨੀ ਹੋਣੀ ਚਾਹੀਦੀ? ਯਾਨੀ ਕਿ ਅਸੀਂ ਜੋ ਲਾਉਂਦੇ ਹਾਂ ਨਾ, ਅਸੀਂ ਮੇਰੀ ਗੱਲ ਸੁਣੋ, 3 ਗੋਲੀਆਂ ਪਾਉਂਦੇ ਹਾਂ, ਉਹਦੇ ਵਿੱਚ 55 ਸੀਸੀ ਪਾਣੀ ਪਾਉਂਦੇ ਹਾਂ। ਠੀਕ ਹੈ। 3 ਗੋਲੀਆਂ ਵਿੱਚ 55 ਸੀਸੀ ਪਾਣੀ ਪਾਉਂਦੇ ਹਾਂ ਤੇ 1 ਸੀਸੀ ਜ਼ਿਆਦਾ ਤੋਂ ਜ਼ਿਆਦਾ 1 ਸੀਸੀ ਸਿਰਫ ਅਸੀਂ ਪਾਣੀ ਲਾਉਂਦੇ ਹਾਂ ਕਬੂਤਰ। ਸਹੀ ਹੋ ਗਿਆ। ਠੀਕ ਹੈ। ਇਸ ਤੋਂ ਜ਼ਿਆਦਾ ਲਾਈਏ ਤੇ ਕਬੂਤਰ ਹੀ ਨਹੀਂ ਸਾਡਾ ਘਰ ਪੈਂਦਾ। ਕਬੂਤਰ ਨਹੀਂ ਪੈਂਦਾ? ਨਹੀਂ ਪੈਂਦਾ, ਰਾਤ ਰਹਿ ਜਾਂਦਾ। ਸਹੀ ਹੈ। ਹੁਣ ਤੁਹਾਡੇ ਕੋਲ ਇਸ ਟਾਈਮ ਮੌਜੂਦਾ ਕਿਹੜੀ ਨਸਲ ਹੈ? ਸਾਡੇ ਕੋਲ ਇਸ ਟਾਈਮ ਢੈਡੀ ਕਬੂਤਰ ਨੇ। ਠੀਕ ਹੈ। ਸਿਆਲਕੋਟੀ ਬਟੇਰੇ ਕਬੂਤਰ ਨੇ, ਗੋਲਡਨ ਕਬੂਤਰ ਨੇ, ਕਸੂਰੀ ਕਬੂਤਰ ਨੇ, ਯਾਨੀ ਕਿ ਸਾਡੇ ਕੋਲ ਸਾਰੀ ਬਰੀਡਿੰਗ ਪਈ ਹੈ ਥੱਲੇ ਜਿਹੜੇ ਨਾ। ਤੁਸੀਂ ਦੱਸਿਆ ਕਿ ਇਹ ਮੇਰਾ ਸ਼ੌਕ ਹੈ। ਸ਼ੌਕ ਦਾ ਮੁੱਲ ਕੋਈ ਨਹੀਂ ਹੁੰਦਾ। ਤੁਸੀਂ ਦੱਸਿਆ ਕਿ 4 ਕਿੱਲੇ ਜ਼ਮੀਨ ਵੀ ਸਾਇੰਸ ਵਾਸਤੇ ਛੱਡ ਦਿੱਤੀ। ਮੇਰੀ ਗੱਲ ਸੁਣੋ, ਪੂਰਾ ਕਨਾਲ 4 ਕਨਾਲਾਂ ਦਾ ਵਿਗਾ ਤੁਹਾਡੇ ਸਾਹਮਣੇ ਗਰਾਊਂਡ ਵਿਖਾਓ ਤੁਸੀਂ ਮੋਬਾਈਲ ਤੇ ਦੁਪਹਿਰਾਂ ਮਾਰ ਕੇ। ਜੀ ਜੀ। ਇਹ ਅਸੀਂ ਸਿਰਫ ਕਬੂਤਰਬਾਜੀ ਵਾਸਤੇ ਇਹ ਪੂਰਾ ਗਰਾਊਂਡ ਵੀ ਚੈੱਕ ਕਰਵਾਓ। ਅੱਛਾ। ਨਾਜ਼ਰੀਨ, ਇਹ ਗਰਾਊਂਡ ਜਿਹੜੀ ਹੈ, ਇਹ ਭਾਈ ਹਰੀ ਦੱਸ ਰਹੇ ਨੇ ਬਾਬਰ ਸਾਹਿਬ ਕਿ 4 ਕਿੱਲੇ ਗਰਾਊਂਡ ਦੇ ਵਿੱਚ ਕ੍ਰਿਕਟ ਖੇਡਿਆ ਜਾ ਰਿਹਾ, ਤੁਸੀਂ ਵੇਖ ਸਕਦੇ ਹੋ। ਇਹ ਗਰਾਊਂਡ ਮਹਿਸੂਸ ਕਰ ਦਿੱਤੀ ਗਈ ਹੈ ਕਬੂਤਰਾਂ ਵਾਸਤੇ।
ਔਰ ਇਹ ਨਹੀਂ ਕਿ ਕਬੂਤਰ ਹੀ ਤੇ ਖੇਡਣ ਗਏ ਜਾਂ ਕਬੂਤਰ ਹੀ ਫਿਰਨ ਟੁਰਨਗੇ, ਗਰਾਊਂਡ ਇਸ ਵਾਸਤੇ ਵੀ ਕਿਹਾ ਜਿਹੜੇ ਮੈਚ ਹੋਣਗੇ ਉਹਦੀ ਜਿਹੜੀ ਇਨਕਮ ਹੋਏਗੀ ਉਹ ਖਰਚ ਕਬੂਤਰਾਂ ਤੇ ਲੱਗੇਗਾ। ਬਾਬਰ ਸਾਹਿਬ ਇਹ ਗੱਲ ਪੁੱਛਣਾ ਚਾਹਾਂਗਾ ਤੁਹਾਡੇ ਕੋਲ ਕਿ ਜੇ ਸ਼ੌਕ ਕਦੀ ਕਾਰੋਬਾਰ ਵੀ ਬਣ ਸਕਦਾ? ਸਰ ਸ਼ੌਕ ਕਾਰੋਬਾਰ ਵੀ ਬਣ ਸਕਦਾ। ਕਿਸ ਤਰ੍ਹਾਂ ਇਹਨੂੰ ਕਾਰੋਬਾਰ ਬਣਾਇਆ ਜਾਏ? ਜਿਹੜਾ ਬੰਦਾ ਜਿਹਨੇ ਸ਼ੌਕ ਨਾ ਰੱਖੇ ਨੇ ਔਰ ਉਹ ਤਨਕੀਦ ਦਾ ਨਿਸ਼ਾਨਾ ਬਣਦਾ ਕਿ ਤੂੰ ਕਬੂਤਰ ਰੱਖ ਕੇ ਵਿਹਲਾ ਹੈ, ਉਹ ਪੈਸੇ ਕਿਸ ਤਰ੍ਹਾਂ ਕਮਾ ਸਕਦਾ? ਸਰ ਸਭ ਤੋਂ ਮੇਨ ਗੱਲ ਇਹ ਹੋਈ ਇਹਦੇ ਵਿੱਚ, ਅਗਰ ਤੁਸੀਂ ਆਪਣੇ ਕਬੂਤਰ ਰੱਖੇ ਨੇ ਤੁਹਾਨੂੰ ਲੋਕ ਕਰਦੇ ਪਏ ਤਨਕੀਦ ਕਰਦੇ ਨੇ ਪਏ, ਤੁਸੀਂ ਇਹਨਾਂ ਨੂੰ ਸਰ ਜੋੜੇ ਬਣਾਓ, ਬੱਚੇ ਕਢਵਾਓ, ਬੱਚੇ 1000 ਰੁਪਏ 1500 ਰੁਪਏ ਪਰ ਸੇਲ ਹੋਣ ਦੇਣ, ਆਮ ਹੋਣ ਦੇਣ। ਅੱਛਾ, ਤੇ ਤੁਹਾਡੇ 40 ਬੱਚੇ ਅਗਰ 1500 ਰੁਪਏ ਪਰ ਸੇਲ ਹੁੰਦੇ ਨੇ, ਕਿੰਨੇ ਪੈਸੇ ਬਣ ਗਏ ਤੁਹਾਡੇ? 40 ਦਿਨਾਂ ਬਾਅਦ ਬੱਚਾ ਬਾਹਰ ਆ ਜਾਂਦਾ। ਅੱਛਾ, 60000 ਰੁਪਏ ਤੁਹਾਡਾ 40 ਦਿਨਾਂ ਵਿੱਚ ਉਹ ਕਲੀਅਰ ਹੋ ਗਿਆ। 1500 ਦਾ ਬੱਚਾ ਹੀ ਸੇਲ ਹੋ ਜਾਂਦਾ, ਛੋਟਾ ਬੱਚਾ ਬਿਲਕੁਲ 1500 ਦਾ ਆਮ ਸੇਲ ਹੋਣ ਡਿਆ। ਦੇਸੀ ਕਬੂਤਰ ਹੈ ਜਿਹਨੂੰ ਤੁਸੀਂ ਤਿਆਰ ਕੀਤਾ ਮਿਹਨਤ ਨਾਲ, ਨਸਲੀ ਹੈ, ਉਹ ਕਿਸ ਤੱਕ ਸੇਲ ਹੁੰਦਾ? ਉਹ ਤੇ ਨਹੀਂ ਦਿੰਦੇ ਅਸੀਂ 50000 ਦਾ, ਯਾਨੀ 50-50 ਦਾ ਵੀ ਸੇਲ। ਹਾਂਜੀ, ਸਾਲ 'ਚ ਇੱਕ ਕਬੂਤਰੀ ਕਿੰਨੇ ਬੱਚੇ ਦੇ ਛੱਡਦੀ? ਸਾਲ 'ਚ ਤੇ ਸਾਡੀ ਆਪਣੀ ਮਰਜ਼ੀ ਹੈ, ਜਿੰਨੇ ਮਰਜ਼ੀ ਲਈ ਜਾਈਏ, ਲੇਕਿਨ ਅਸੀਂ ਉਹਦੇ ਹਿਸਾਬ ਨਾਲ ਹੀ ਲੈਣੇ ਨੇ ਕਿ ਅੱਗੇ ਕਮਜ਼ੋਰ ਨਾ ਹੋ ਜਾਏ ਮਰਜ਼ੀ। ਅਸੀਂ 2 ਝੋਲੀਆਂ 3 ਝੋਲੀਆਂ ਲੈਂਦੇ ਆ। ਇੱਕ ਝੋਲੀ 'ਚ ਕਿੰਨੇ? 2 ਬੱਚੇ, ਯਾਨੀ ਕਿ 6-7 ਬੱਚੇ, 5 ਤੋਂ 6 ਬੱਚੇ। ਹਾਂਜੀ, 5 ਤੋਂ 6 ਬੱਚੇ। ਜੇ ਤੁਸੀਂ ਤਿਆਰ ਕਰ ਲਓ ਤੇ 50000 ਦਾ ਇੱਕ ਬੱਚਾ ਬਣੇ, ਯਾਨੀ ਕਿ ਅਸੀਂ ਤਿਆਰ ਕਰੀਏ ਤਾਂ 50000 ਦਾ, ਲੇਕਿਨ ਅਸੀਂ ਵੇਚਦੇ ਨਹੀਂ ਹੈ। ਮੇਰਾ ਕਹਿਣ ਦਾ ਮਤਲਬ ਕਿ ਇੱਕ ਕਬੂਤਰੀ ਸਾਲ 'ਚ 2 ਲੱਖ ਦਾ ਮਾਲ ਦੇ ਛੱਡਦੀ, ਫਿਰ ਦੇ ਛੱਡਦੀ, ਸਕੂਨ ਨਾਲ ਦੇ ਛੱਡਦੀ। ਜ਼ਬਰਦਸਤ। ਤੇ ਫਿਰ ਉਸ ਹਿਸਾਬ ਨਾਲ ਤੇ ਮੱਝਾਂ ਬਰਾਬਰ ਹੀ ਟੁਰ ਕੇ ਕੰਮ। ਮੱਝਾਂ ਕੀ ਚੀਜ਼ ਨੇ ਸਰ? ਇਹ ਮੱਝਾਂ ਤੋਂ ਵੀ ਅੱਗੇ ਨੇ। ਮੱਝਾਂ ਤੋਂ ਅੱਗੇ ਨੇ। ਮੱਝਾਂ ਤੋਂ ਅੱਗੇ ਨੇ। ਮੱਝਾਂ ਨੂੰ ਤੁਸੀਂ ਪੱਠੇ ਲਿਆ ਕੇ ਪਾਣੇ ਨੇ ਸਾਰੀ ਦਿਹਾੜੀ, ਬਾਹਰ ਪੱਠੇ ਵੱਢ ਕੇ ਬੰਦੇ ਦਾ ਭੈੜਾ ਹਾਲ ਹੋ ਜਾਂਦਾ ਹੈ। ਇਹਦਾ ਇਹੋ ਹੀ ਹੈ ਕਿ 2 ਦਿਨ ਆ ਕੇ ਜਰਾ ਘੰਟਾ ਸਫਾਈ ਕਰ ਛੁਡਵਾ ਵਾਲਿਆਂ ਦੀ ਤੇ ਦਾਣਾ ਪਾ ਦਿਓ ਜਿਹੜਾ ਨਾ। ਜ਼ਬਰਦਸਤ। ਲੇਕਿਨ ਇਹਦਾ ਕੋਈ ਨੁਕਸਾਨ ਨਹੀਂ ਹੈ, ਬਹੁਤ ਅੱਛਾ ਸ਼ੌਕ ਹੋ ਗਿਆ। ਗੱਲ ਕਰਨੀ ਹੈ, ਬਾਹਰ ਤੁਸੀਂ ਲਾ ਕੇ ਆਏ ਹੋ, ਪੈਸੇ ਕਮਾ ਕੇ ਆਏ ਚੌਕੇ, ਇੱਥੇ ਆ ਕੇ ਤੁਸੀਂ ਕਬੂਤਰਾਂ ਦਾ ਆਪਣਾ ਇਨਕਮ ਸਰਕਲ ਰੱਖਿਆ, ਗਰਾਊਂਡ ਨਾਲ ਤੁਸੀਂ ਬਣਾ ਲਿਆ। ਹਾਂਜੀ, ਕੰਮ ਪੈਰਲਲ ਚੱਲਦਾ ਪਿਆ ਜਾਂ ਤੁਸੀਂ ਔਖੇ ਹੋ ਗਏ ਇੱਥੇ ਆ ਕੇ? ਨਹੀਂ ਜੀ, ਕੋਈ ਔਖੇ ਨਹੀਂ ਜੀ, ਅਸੀਂ ਸੌਖੇ ਚੱਲਣ ਦੇ। ਸੌਖੇ ਚੱਲਣ ਦੇ। ਇਸ਼ਕ ਵੀ ਹੋਣ ਡਿਆ, ਸ਼ੌਕ ਵੀ ਹੋਣ ਡਿਆ ਤੇ ਪੈਸੇ ਕਮਾਏ ਜਾਣ। ਪੈਸੇ ਕਮਾਏ ਜਾਣ। ਜ਼ਿੰਦਾਬਾਦ।